हाँ जी, सत श्री अकाल जी। वेलकम है ਤੁਹਾਡੇ ਚੈਨਲ ਦੇ ਵਿੱਚ ਨਾਮ ਹੈਪੀ ਫੁੱਲਰ। ਤੇ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਣਗੇ। ਮੇਰਾ ਹੈਪੀ ਇਲੈਕਸ਼ਨ ਨਿਕਲ ਗਿਆ। ਹੈਪੀ ਐਦਾਂ ਕਰ ਦਿੰਦੇ ਉਮੀਦ ਕਰਦੇ ਆ ਜਾਂ ਐਂ ਕਰੇ ਉਮੀਦ ਕਰਦੇ ਚਲੋ ਜੀ। ਤੇ ਅੱਜ ਦਾ ਆਪਣਾ ਵਲੌਗ ਜਿਹੜਾ ਹੈ ਉਹ ਮੇਨ ਆਪਾਂ ਨੂੰ ਕਾਫੀ ਜ਼ਿਆਦਾ ਮੈਸੇजेस ਆ ਰਹੇ ਸੀ ਕਿ ਮਤਲਬ ਆਇਲਸ ਬਾਰੇ ਕੁਝ ਦੱਸੋ ਜਿੱਦਾਂ ਵੀ ਹੁੰਦਾ ਹੈ ਨਾ। ਸੋ ਇੰਨੇ ਕੁ ਤਾਂ ਆਪਾਂ ਇੰਨੇ ਜੋਗੇ ਨਹੀਂ ਹੈਗੇ ਕਿ ਤੁਹਾਨੂੰ ਉਹ ਸਾਰੀ ਇਨਫੋਰਮੇਸ਼ਨ ਦੇ ਸਕੀਏ, ਕਿਉਂਕਿ ਇੰਨੇ ਜੋਗੇ ਨਹੀਂ ਹੈਗੇ। ਬਟ ਜਿੰਨਾ ਵੀ ਪਤਾ ਉਹ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ। ਇੰਨੇ ਜੋਗੇ ਨਹੀਂ ਹੈਗੇ ਕਿ ਤੁਹਾਨੂੰ ਇੰਨੇ ਨੌਲੇਜ ਨਹੀਂ ਹੈਗੀ ਕਿ ਤੁਹਾਨੂੰ ਐਗਜ਼ੈਕਟ ਸਭ ਕੁਝ ਦੱਸ ਸਕੀਏ। ਬਟ ਜੋ ਆਪਾਂ ਐਕਸਪੀਰੀਅੰਸ ਕੀਤਾ ਜਾਂ ਜੋ ਲੱਗਦਾ ਆਪਾਂ ਨੂੰ ਉਹ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਸੋ ਪਹਿਲਾਂ ਤਾਂ ਅੱਜ ਨਾ ਮੈਨੂੰ ਛੁੱਟੀ ਸੀ ਅਤੇ ਗਰੋਸਰੀ ਕਰਨ ਚੱਲੀ ਸੀ। ਮੈਂ ਸੋਚਿਆ ਚਲੋ ਸਟਾਰਟਿੰਗ ਕਰ ਦਈਏ। ਅਤੇ ਬਾਹਰ ਥੋੜ੍ਹੀ ਜਿਹੀ ਠੰਡ ਅੱਜ ਜ਼ਿਆਦਾ ਨਹੀਂ 1 ਡਿਗਰੀ ਅਤੇ ਠੀਕ ਹੋਊਗਾ ਆਈ ਗੈਸ। ਅਤੇ ਫਿਰ ਪਹਿਲਾਂ ਆਪਾਂ ਕਰੀਏ ਗਰੋਸਰੀ, ਫਿਰ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਦੇ ਹਾਂ। ਚਲੋ ਫਿਰ ਪਾਈਏ ਕੱਪੜੇ ਕੁਪੜੇ ਮੋਟੇ ਅਤੇ ਚੱਲੀਏ। ਸੋ ਫਰੈਂਡਸ, ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਨਾਲ ਰਿਲੇਟਡ ਹੀ ਇੱਕ ਚੀਜ਼ ਬਾਰੇ ਦੱਸਣਾ ਚਾਹੁੰਦੀ ਹਾਂ। ਇੱਕ ਐਪ ਹੈ English speaking app. So ਇਹ ਤੁਹਾਨੂੰ ਹੈਲਪ ਵੀ ਕਰੇਗੀ। So the name of the app is Cambly. It provides one-on-one English classes with Twitter from various countries like America, US, Canada, etc. And it's very useful for those people who are very unconfident about speaking English and like they are very good in reading, writing, listening, but feeling trouble in speaking, right? So you can choose it from various courses like business, IELTS, personality development and all. So the tutors on this app are very friendly, very frank, very cooperative, supportive. They'll continuously giving you the answers without any judgments. Hi. Hello. Thanks for connecting with me. Okay. Hey. How are you? I'm How are you fine, doing? thanks. What about you? Yes, I'm good, thank you. Can I ask your name? My name is Nav. Hi, Naf. Nice to meet you. And which country are you calling from? I'm from Canada right now. Oh, okay. Yeah. Good. You're originally from India, or? Yeah, I'm from India. Okay. Yeah. And are you studying in Canada? Yeah, I'm studying right now. So don't worry about that. Feel friendly, put questions and have their answers. And one more thing, guys. If you're gonna download this app, just put our coupon code that is NOWHAPPY, then you'll be getting 25% of discount on this. Go and download and take benefits of it. ਚਲੋ ਜੀ, ਹੁਣ ਆਪਾਂ ਹੋ ਗਏ ਲੇਟ ਥੋੜ੍ਹਾ ਜਿਹਾ, ਕਿਉਂਕਿ ਆ ਕੇ ਸੌਣਾ ਵੀ ਆ। ਫਿਰ ਮਤਲਬ ਰੋਟੀ ਪਾਣੀ ਬਣਾਉਣਾ, ਸਾਰਾ ਦਿਨ ਲੰਘ ਜਾਣਾ। ਹੁਣ ਤੁਹਾਨੂੰ ਪਤਾ 3:30 ਵੱਜ ਗਏ ਅਤੇ ਮੈਂ ਹਜੇ ਉੱਠ ਕੇ ਕੀ ਕੀਤਾ, ਸਿਰਫ ਮੈਂ ਨਹਾਤੀ ਹਾਂ, ਦੈਟਸ ਇਟ। ਅਤੇ ਚਲੋ ਫਿਰ ਆਪਾਂ ਪਹਿਲਾਂ ਹੋਈਏ ਕੱਪੜੇ ਕੁਪੜੇ ਪਾਈਏ ਵਾਪਸ ਸਾਰੇ, ਠੰਡ ਆ ਥੋੜ੍ਹੀ ਜਿਹੀ ਬਾਹਰ। ਫਿਰ ਚੱਲਦੇ ਸਬਜ਼ੀ ਮੰਡੀ, ਸਬਜ਼ੀਆਂ ਲਿਆਈਏ। ਸਾਰੀਆਂ ਸਬਜ਼ੀਆਂ ਮੁੱਕੀਆਂ ਚਲੋ ਜੀ, ਇੱਕ ਤਾਂ ਮੈਂ ਖਾਣੀ ਬਹੁਤ ਹੈ ਨਾ, ਫਿਰ ਤਾਂ ਕਰਕੇ ਸਾਰਾ ਕੁਛ ਮੁੱਕ ਜਾਂਦਾ। ਓਕੇ ਬਾਏ 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 ਬਾਏ। ਆ ਚੱਕੋ, ਆਪਾਂ ਹੋ ਗਏ ਰੈਡੀ। ਹੈਪੀ ਚਲੋ ਹੁਣ ਆਪਾਂ ਚੱਲੇ। ਉਹ ਕਿੱਥੇ ਚੁੱਕਣੀ ਆ, ਪੈਸੇ ਚੁੱਕਣੀ ਆ। ਹਾਏ ਮੈਂ ਤਾਂ ਸੌਦਾ ਚੱਕ ਰਹੀ, ਬੁੱਢੀ ਹੋ ਜਾਣਾ। ਛੇਤੀ ਆ ਜਾ ਹੈਪੀ। ਚਲੋ ਬਈ ਮਿੱਤਰੋ, ਆ ਜਾਓ ਮਿੱਤਰੋ। ਜੋ ਵੀ ਹੁੰਦਾ ਤਾਂ ਹੈ ਨਾ। ਹਾਏ ਮੇਰਾ ਵਾਹਿਗੁਰੂ 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 ਵਾਹਿਗੁਰੂ। ਹੋ ਬਹੁਤ ਹਨੇਰਾ ਹੋ ਗਿਆ, ਮੈਂ ਤਾਂ ਡਰ ਗਈ। ਹਾਈ ਬਾਹਰ ਤਾਂ ਠੰਡ ਆ, ਪਰ ਮੈਂ ਆਹੀ ਜੈਕਟ ਪਾ ਕੇ ਨਿੱਕੇ ਹੁੰਦੇ ਕਹਿੰਦੇ ਪਤਾ ਨਹੀਂ ਹੁੰਦਾ ਜੈਕਟ ਕਹੀਦਾ ਜਾਂ ਕਿਵੇਂ। ਜਾਕਟ ਮੰਮੀ ਹੋਣੀ ਆਏ ਕਹਿੰਦੇ, ਜਾਕਟ ਕੁਛ ਐਂ ਜੇ ਕਹਿੰਦੇ, ਜਾਕਟ ਪਤਾ ਨਹੀਂ ਐਂ ਜੇ ਕਹਿੰਦੇ ਹੁੰਦੇ। ਚਿੱਲ ਕਰਾਂ ਫਨ ਕਰਾਂ ਕਰਾਂ ਮਨ ਮਰਜੀ, ਦੋਗਲੇ ਬੰਦੇ ਤੇ ਬੜੀ ਜੱਟ ਨੂੰ ਅਲਰਜੀ। ਹਾਏ ਹਾਏ ਹੁਣੇ ਲੱਗ ਜਾਣਾ ਨਾ, ਇਹ ਤਾਂ ਤਿਲਕ ਜਾਈਦਾ। ਹਾਏ 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 ਮੇਰਾ ਤਾਂ ਹੁਣੇ ਟਾਪੂ ਲੱਗਣ ਲੱਗਾ ਸੀ। ਨਵੂ ਧਿਆਨ ਸੇ ਬੱਚੇ, ਚੱਲੀਏ ਚੱਲ ਮੇਰਾ ਪੁੱਤ ਚੱਲ ਸਬਜ਼ੀ ਲੈਣ ਚੱਲੀਏ। ਇੱਥੇ ਤੁਹਾਡੇ ਬੜੇ ਸੋਹਣੇ ਲਿਖੇ ਨੇ, ਮੈਂ ਹੋਰ ਪੜ੍ਹਾਉਂਦੀ ਹਾਂ। ਕੀ ਲਿਖਾ ਹੈ? ਜੀਸਸ ਇਜ਼ ਵਿਦ ਯੂ ਇਨ ਲਾਈਫ ਸਟॉर्म्स। अनार पर हमला पहला।
ਚੁੱਕੋ ਵੇ ਲਿਫਾਫਾ। ਫੇਵਰਟ ਸੈਕਸ਼ਨ ਆ ਗਿਆ ਚੀਜ਼ੀਆਂ ਵਾਲਾ। ਦੇਖੋ ਮੈਨੂੰ ਕੀ ਮਿਲਿਆ, ਨਿੱਕੇ ਹੁੰਦੇ ਖਾਂਦੇ ਹੁੰਦੇ ਸੀ ਹਨਾ, ਮੈਂ ਵੀ ਲੈ ਕੇ ਜਾਣਾ। ਆਪਾਂ ਚੱਲੇ ਹੁਣ, ਬਾਏ ਬਾਏ ਸਬਜ਼ੀ ਮੰਡੀ। ਉੱਥੇ ਨਾ ਮੈਂ ਨਾ ਵੀਡੀਓ ਬਣਾਈ ਆ, ਉੱਥੇ ਕੁੜੀ ਜੀ ਬੜਾ ਭੈੜੇ ਤਰੀਕੇ ਨਾਲ ਝੱਕਣ ਲੱਗ ਗਈ, ਮੈਂ ਕੋਈ ਅਪਰਾਧ ਕਰਦੀ ਹੁੰਦੀ। ਕਹਿੰਦੀ ਹੋਣੀ 2 ਸਬਜ਼ੀਆਂ ਲੈਂਦੀ, ਉਹਦੀ ਵੀ ਫੋਟੋ ਪਾਈ ਜਾਂਦੀ ਹੋਣੀ, ਸਨੈਪਚੈਟ ਬਣਾਈ ਜਾਂਦੀ ਹੋਣੀ। ਬਸ ਮੈਂ ਹੁਣ ਪਹੁੰਚ ਚੱਲੀ ਘਰੇ, ਫਿਰ ਆਪਾਂ ਆਇਲਸ ਬਾਰੇ ਗੱਲ ਕਰਦੇ ਹਾਂ। ਭਾਈ ਤੂੰ ਜਗ ਪਾ ਸਿਖਰ ਦੁਪਹਿਰੇ ਹਵਾ ਕੀ ਗਿਣਤੀ ਦੇ ਹਵਾ ਕੀ ਗੋਲਗੱਪੇ। ਅਮਨ ਗੋਲਗੱਪੇ ਲਿਆਈ, ਗੋਲਗੱਪੇ ਲੈ ਲੈ ਗੋਲਗੱਪੇ। ਹੁਣ ਤੂੰ ਆਏ ਲੱਗੀ ਮੈਨੂੰ ਬਣਾ ਕੇ ਖਵਾ ਪਾਈ। ਨਹੀਂ ਨਹੀਂ ਖਾਣੂਗੀ। ਖੋਲੀਏ ਫਿਰ ਇਹਨੂੰ ਜੀ ਵਿੱਚ ਨਾਨੀ ਵਾਲਾ ਸਵਾਦ ਹੋਵੇ ਤਾਂ ਨਜ਼ਾਰਾ ਹੀ ਆਵੇ। ਯਾਰ ਮੇਰੀ ਫਰੈਂਡ ਰਾਜਵੀਰ ਜਿਹੜੀ, ਉਹਦੀ ਨਾਨੀ ਨਾ ਨਿੰਬੂ ਦਾ ਅਚਾਰ ਬਣਾ ਕੇ ਭੇਜਦੀ ਹੁੰਦੀ ਸੀ ਹੋਸਟਲ 'ਚ। ਫਿਰ ਰਾਜਵੀਰ ਤੋਂ ਮੈਂ ਗੜਵੀ ਜੀ ਮੈਂ ਹੀ ਰੱਖ ਲੈਂਦੀ ਹੁੰਦੀ ਖੋ ਕੇ। ਇਹਨੂੰ ਮੈਂ ਕਦੇ ਨਹੀਂ ਖਾਣ ਦਿੱਤਾ, ਮੈਂ ਇਕੱਲੀ ਹੀ ਖਾਂਦੀ ਹੁੰਦੀ ਸੀ, ਬਹੁਤ ਸਵਾਦ ਹੁੰਦਾ ਸੀ ਉਹ। ਯਾਰ ਇਹ ਉਹਦੇ ਵਰਗਾ ਹੀ ਲੱਗਦਾ ਪਿਆ, ਪਰ ਸਵਾਦ ਦੱਸੂਗਾ ਜਦੋਂ ਕਿਤੇ ਆਟਾ ਗੁੰਨਿਆ ਵੇਲੇ ਵੇਲੇ ਟਾਈਮ। ਤੈਨੂੰ ਵਧੀਆ ਨਹੀਂ ਲੱਗਦਾ? ਯਾਰ ਮੇਰਾ ਫੇਵਰੇਟ ਆ ਖੱਟਾ ਮਿੱਠਾ ਮਿੱਠਾ, ਮੈਨੂੰ ਤਾਂ ਬਹੁਤ ਵਧੀਆ। ਇੱਕ ਮਿਰਚ ਤੇ ਇੱਕ ਨਿੰਬੂ। ਮੈਨੂੰ ਪਤਾ ਮੈਂ ਬਾਹਰ ਨਾ ਵੀਡੀਓ ਬਣਾਉਣ ਆਈ ਸੀ, ਬਾਹਰ ਤਾਂ ਹਨੇਰਾ ਵੀ ਹੋ ਗਿਆ। ਇਹ ਤਾਂ ਮੈਂ ਆ ਕੇ ਸਬਜ਼ੀ ਲਿਆ ਕੇ ਕੱਪੜੇ ਵੀ ਨਹੀਂ ਚੇਂਜ ਕੀਤੇ। ਚੱਲ ਨਤੀਫਾ ਘਰੇ ਆਈ ਵੱਡੀ ਵੀਡੀਓ। ਚਲੋ ਬਣ ਗਈ ਵੀਡੀਓ। Let's start talking about the IELTS. First of all, मैं ਦੱਸਦੀ ਹਾਂ ਕਿ ਲਾਈਕ ਜਿੱਦਾਂ ਮੈਨੂੰ ਪਤਾ ਹੈ ਨਾ, ਜੋ ਆਪਾਂ ਨੂੰ ਵੀ ਪਤਾ, 4 ਮੋਡਿਊਲਸ ਹੁੰਦੇ ਨੇ ਇਹਦੇ: ਸਪੀਕਿੰਗ, ਲਿਸਨਿੰਗ, ਰਾਈਟਿੰਗ ਐਂਡ ਰੀਡਿੰਗ। ਸਪੀਕਿੰਗ ਸਭ ਦੀ ਠੀਕ ਹੁੰਦੀ ਹੈ, ਕੋਈ ਪ੍ਰੋਬਲਮ ਨਹੀਂ ਆਉਂਦੀ ਕਿਸੇ ਨੂੰ। ਰਾਈਟਿੰਗ ਦੇ ਵਿੱਚ ਥੋੜ੍ਹੀ ਬਹੁਤ ਆਉਂਦੀ ਆ, ਬਟ ਉਹ ਵੀ ਜਿੰਨੀ ਪ੍ਰੈਕਟਿਸ ਦੇ ਨਾਲ, ਜਿਵੇਂ ਜਿਵੇਂ ਆਪਾਂ ਕਲਾਸਿਸ ਜੁਆਇਨ ਕਰਦੇ ਉਹਦਾ ਪਤਾ ਲੱਗ ਜਾਂਦਾ, ਠੀਕ ਹੈ। ਲਿਸਨਿੰਗ ਸਭ ਤੋਂ ਈਜ਼ੀ ਹੁੰਦੀ ਹੈ। 4th ਹੁੰਦੀ ਹੈ ਰੀਡਿੰਗ, ਜਿਹੜੀ ਈਜ਼ੀ ਹੋਣ ਦੇ ਨਾਲ ਨਾਲ ਥੋੜ੍ਹਾ ਜਿਹਾ ਆਪਾਂ ਨੂੰ ਕੰਸਨਟ੍ਰੇਸ਼ਨ ਦੀ ਲੋੜ ਹੁੰਦੀ ਹੈ। So what you have to do is, like if I talk about my own self, then I must say reading was the most toughest module for me. Why? Because I was like I can't cross the target which I just want to. Like it was just my thinking that I just can't cross that boundary. So what you have to do is just do practice. ਜਿਵੇਂ ਤੁਹਾਨੂੰ ਸਿੱਧੀ ਵਰਡਿੰਗ ਦੇ ਵਿੱਚ ਦੱਸਾਂ, ਲਿਸਨਿੰਗ ਦੇ ਵਿੱਚ ਸੁਣਨਾ ਹੁੰਦਾ, ਸਿਰਫ ਜਿੱਦਾਂ ਜਿੱਦਾਂ ਬੋਲੀ ਜਾ ਰਹੇ ਨੇ ਉਹ ਨਾਲ ਨਾਲ ਧਿਆਨ ਨਾਲ ਜਸਟ ਸੁਣਨਾ, ਉਹ ਸਿੰਪਲ ਆਨਸਰ ਉਹਦੇ ਵਿੱਚ ਪਏ ਹੁੰਦੇ ਨੇ। ਲਿਸਨਿੰਗ ਕੋਈ ਔਖੀ ਗੱਲ ਨਹੀਂ, ਸਭ ਤੋਂ ਜਿਹਨੂੰ ਕੁਝ ਵੀ ਨਹੀਂ ਆਉਂਦਾ ਉਹ ਵੀ ਲਿਸਨਿੰਗ 'ਚ ਵਧੀਆ ਕਰ ਲੈਂਦਾ ਹੈ। ਥੋੜ੍ਹੀ ਜਿਹੀ ਸਟਾਰਟਿੰਗ ਦੇ ਵਿੱਚ ਜਸਟ ਧਿਆਨ ਨਾਲ ਕਰਨਾ ਹੁੰਦਾ, ਪਤਾ ਲੱਗ ਜਾਂਦਾ, ਉਹ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜੂ। ਜਸਟ ਸੁਣਨਾ, ਉਹਦੇ ਵਿੱਚ ਆਨਸਰ ਬੋਲ ਦਿੰਦੇ ਨੇ ਉਹ, ਜਸਟ ਲਾਈਨ ਟੂ ਲਾਈਨ ਸੁਣਨਾ ਹੁੰਦਾ, ਉਹਦੇ ਵਿੱਚ ਇੱਕ ਵਰਡ ਹੁੰਦਾ, ਆਨਸਰ ਆ ਜਾਂਦਾ, ਠੀਕ ਹੈ। ਸਪੀਕਿੰਗ ਦੇ ਵਿੱਚ ਕੀ ਹੁੰਦਾ ਹੈ, ਮੇਨ ਗੱਲ ਕੀ ਹੁੰਦੀ ਹੈ, ਫੋਕਸ ਕਿੱਥੇ ਕਰਨਾ ਹੁੰਦਾ। ਲਾਈਕ ਇਫ ਦੇ ਆਰ ਆਸਕਿੰਗ ਟੈਲ ਮੀ ਅਬਾਊਟ ਐਨੀ ਅਮਿਊਜ਼ਮੈਂਟ ਪਾਰਕ, ਐਨੀ ਗਾਰਡਨ ਵੇਅਰ ਯੂ ਵਿਜ਼ਿਟ। ਸੋ ਹੁੰਦਾ ਕੀ ਹੈ, ਮੰਨ ਲਓ ਤੁਸੀਂ ਕਿਤੇ ਗਏ ਨਹੀਂ ਆ, ਤੁਹਾਨੂੰ ਪਤਾ ਹੀ ਨਹੀਂ ਆ ਕਿੱਦਾਂ ਦਾ ਹੁੰਦਾ। ਜੇ ਮੈਂ ਕਹਾਂ ਮੈਂ ਵਿਆਹ ਤੋਂ ਪਹਿਲਾਂ ਕਿਤੇ ਵੀ ਨਹੀਂ ਸੀ ਗਈ, ਮੈਂ ਤਾਂ ਪਾਰਕ ਵੀ ਨਹੀਂ ਸੀ ਗਈ। ਇੱਕ ਵਾਰੀ ਕੁਐਸਚਨ ਆਇਆ ਮੈਨੂੰ ਸਟਾਰਟਿੰਗ ਜੀ ਦੇ ਵਿੱਚ, ਹੋਇਆ ਕਿ ਮੈਂ ਗਈ ਹੋਈ ਨਹੀਂ ਸੀ। ਸੋ ਆਈ ਡਿਡਨਟ ਇਵਨ ਨੋ ਕਿ ਕਿੱਦਾਂ ਬੋਲਣਾ ਹੈ ਜਦੋਂ ਮੈਂ ਗਈ ਨਹੀਂ, ਮੈਨੂੰ ਪਤਾ ਕੀ। ਸੋ ਵਾਟ ਯੂ ਹੈਵ ਟੂ ਡੂ ਇਜ਼ ਜਸਟ ਥਿੰਕ, ਜਸਟ ਕ੍ਰੀਏਟ ਐਨ ਇਮੈਜਿਨਰੀ ਥਿੰਗਸ। ਲਾਈਕ ਤੁਸੀਂ ਜਾ ਰਹੇ ਹੋ, ਉੱਥੇ ਤੁਹਾਨੂੰ ਖੁਸ਼ੀ ਮਿਲੀ, ਜਾਂ ਉੱਥੇ ਤੁਸੀਂ ਆਹ ਦੇਖਿਆ ਉਹ ਦੇਖਿਆ, ਜਸਟ ਇੱਕ ਡ੍ਰੀਮ ਦੀ ਤਰ੍ਹਾਂ ਉਹਨੂੰ ਔਰਗੇਨਾਈਜ਼ ਕਰੋ ਅਤੇ ਜੋ ਹੁੰਦਾ ਬੋਲ ਲਓ। ਜਸਟ ਤੁਸੀਂ ਜੋ ਸੋਚ ਰਹੇ ਹੋ, ਜਸਟ ਟਰਾਈ ਟੂ ਥਿੰਕ
ਜੇ ਤੁਸੀਂ ਨੋਟ ਡਾਊਨ ਕਰਨਾ ਚਾਹੁੰਦੇ ਹੋ ਕੁਝ ਤਾਂ ਨੋਟ ਕਰ ਲਓ। ਆਪਾਂ ਨੂੰ 1 ਮਿੰਟ ਦਾ ਟਾਈਮ ਦਿੰਦੇ ਹੁੰਦੇ ਨੇ, 1 ਜਾਂ 2 ਮਿੰਟ, ਆਈ ਗੈਸ 1 ਮਿੰਟ। ਉਹ ਆਲਸ ਕੀਤੇ ਨੂੰ ਕਾਫੀ ਟਾਈਮ ਹੋ ਗਿਆ, ਮੈਨੂੰ ਕੁਛ ਯਾਦ ਵੀ ਨਹੀਂ ਨਾ, ਜਸਟ ਉੱਪਰੋਂ ਦੱਸ ਰਹੀ ਹਾਂ। 1 ਮਿੰਟ ਦਾ ਟਾਈਮ ਦਿੰਦੇ ਆ ਕੋਈ ਮੇਨ ਫੋਕਸ ਕਰਨ ਦੇ ਲਈ। ਮੇਨ ਲਾਈਨਸ ਜਿਹੜੀਆਂ ਤੁਸੀਂ ਲਿਖ ਸਕਦੇ ਹੋ, ਲਾਈਕ ਉੱਥੇ ਤੁਸੀਂ ਕਿਸੇ ਨੂੰ ਮਿਲੇ, ਕਿਸੇ ਪਰਸਨ ਨੂੰ ਮਿਲੇ, ਕੋਈ ਤੁਹਾਨੂੰ ਕਿਸੇ ਬਜ਼ੁਰਗ ਨੂੰ ਮਿਲੇ, ਉੱਥੇ ਤੁਸੀਂ ਗੱਲਾਂ ਕੀਤੀਆਂ ਜਾਂ ਕੋਈ ਵੀ ਬ੍ਰੈਥ ਟੇਕਿੰਗ ਮੂਮੈਂਟਸ ਹੋਈਆਂ ਤੁਹਾਡੇ ਨਾਲ, ਜਿਵੇਂ ਵੀ ਸੀ, ਕੁਝ ਵੀ ਤੁਸੀਂ ਹਾਈਲਾਈਟਸ ਲਿਖ ਲੈਣੇ। ਸੋ ਹੋਊਗਾ ਕਿ ਜਦੋਂ 1 ਮਿੰਟ ਕੰਪਲੀਟ ਹੋਊਗਾ ਤੁਸੀਂ ਸਪੀਕਿੰਗ ਸਟਾਰਟ ਕਰਨੀ ਹੈ, ਉਹ ਪੁਆਇੰਟਾਂ ਵੱਲ ਨਜ਼ਰ ਮਾਰਨੀ ਹੈ, ਬੋਲਦੇ ਜਾਣਾ ਕਿ ਹਾਂ ਮੈਂ ਉੱਥੇ, ਤੁਹਾਨੂੰ ਪੁਆਇੰਟ ਤੋਂ ਯਾਦ ਆ ਜਾਓ ਤੁਸੀਂ ਲਾਈਨ ਕਿਹੜੀ ਬੋਲਣੀ ਹੈ, ਤੁਸੀਂ ਕਿਸ ਬਾਰੇ ਬੋਲਣਾ। ਮੈਂ ਆਪਣੀ ਗੱਲ ਕਰਾਂ, ਮੈਂ ਕਦੇ ਨਹੀਂ ਸੀ ਨੋਟ ਕੀਤਾ, ਕਿਉਂਕਿ ਮੈਨੂੰ ਇੱਦਾਂ ਹੁੰਦੇ ਜਦੋਂ ਮੈਂ ਲਿਖਣਾ ਮੈਂ ਬਹੁਤ ਸਲੋ ਹਾਂ ਕੋਈ ਵੀ ਕੰਮ ਕਰਨ ਦੇ ਵਿੱਚ। ਸੋ ਜਿਵੇਂ ਜਦੋਂ ਮੈਂ ਲਿਖਣਾ ਉਦੋਂ ਮੇਰਾ ਮਿੰਟ ਹੀ ਕੰਪਲੀਟ ਹੋ ਜਾਣਾ, ਮੈਂ 2-3 ਵਰਡ ਲਿਖੂ। ਮੈਂ ਕਦੇ ਵੀ ਨਹੀਂ ਸੀ ਲਿਖਿਆ, ਇੱਕ ਵਾਰ ਵੀ ਨਹੀਂ। ਟਰਾਈ ਕੀਤਾ ਸੀ 1-2 ਵਾਰ, ਪਰ ਮੈਨੂੰ ਨਹੀਂ ਸਹੀ ਨਹੀਂ ਲੱਗਾ। ਬਟ ਜਿੱਦਾਂ ਬੰਦਾ ਹੁੰਦਾ ਤੁਸੀਂ ਲਿਖ ਸਕਦੇ ਹੋ, ਉਹ ਬਹੁਤ ਈਜ਼ੀ ਹੈ। ਸਪੀਕਿੰਗ ਤਾਂ ਹਰੇਕ ਨੂੰ ਆ ਜਾਣੀ ਹੈ। ਜਸਟ ਗੱਲ ਕੀ ਹੈ, ਸੋਚਣ ਦੀ ਪਾਵਰ ਵਧਾ ਲਓ ਕਿ ਜੋ ਪੁੱਛਿਆ ਕੁਇਕਲੀ ਆਨਸਰ ਦੇਣਾ ਉਹਦਾ। ਜਸਟ ਝੂਠ ਹੋਵੇ ਸੱਚ ਹੋਵੇ, ਜਸਟ ਉਹਨਾਂ ਨੇ ਇੰਗਲਿਸ਼ ਚੈੱਕ ਕਰਨੀ ਹੈ, ਨਹੀਂ ਚੈੱਕ ਕਰਨਾ ਕਿ ਤੁਸੀਂ ਸੱਚੀ ਗਏ ਸੀ ਜਾਂ ਨਹੀਂ ਗਏ ਸੀ। ਓਕੇ, ਤੇ ਉਸ ਤੋਂ ਬਾਅਦ ਰਾਈਟਿੰਗ ਵੀ ਬਹੁਤ ਈਜ਼ੀ ਹੁੰਦੀ ਹੈ। ਜਸਟ ਲਿਖਣਾ ਹੀ ਹੁੰਦਾ, ਉਹਦੇ ਵਿੱਚ ਇੱਕ ਪੈਟਰਨ ਆਪਾਂ ਨੂੰ ਦੱਸ ਦੇਣਗੇ, ਜਸਟ ਉਹ ਪੈਟਰਨ ਫੋਲੋ ਕਰਨਾ। ਇਹਦੇ ਵਿੱਚ ਵੀ ਸਪੀਕਿੰਗ ਵਾਂਗੂ ਹੀ ਹੁੰਦਾ, ਜਿਹੜਾ ਵੀ ਉਹਨਾਂ ਨੇ ਕੁਐਸਚਨ ਪੁੱਟ ਕੀਤਾ ਹੋਇਆ ਉਹਦੇ ਵਿੱਚ ਜਿਹਦੇ ਬਾਰੇ ਗੱਲ ਕਰਨੀ, ਬਸ ਉਹਦੇ ਬਾਰੇ ਇੱਕ ਸਟੋਰੀ ਕ੍ਰੀਏਟ ਕਰਨੀ ਹੁੰਦੀ ਆ। ਲਿੰਕਿੰਗ ਜ਼ਰੂਰੀ ਹੁੰਦੀ ਆ ਕਿ ਲਾਈਨ ਟੂ ਲਾਈਨ ਉਹਦਾ ਲਿੰਕ ਬਣਨਾ ਚਾਹੀਦਾ ਜੋ ਵੀ ਆਪਾਂ ਰਾਈਟ ਕਰਨੇ। ਇਹ ਨਹੀਂ, ਇੱਦਾਂ ਨਹੀਂ। ਸਟਾਰਟਿੰਗ ਦੇ ਵਿੱਚ ਇੱਦਾਂ ਹੀ ਪ੍ਰੋਬਲਮ ਆਉਂਦੀ, ਜਿੱਦਾਂ ਕਿ ਮੈਂ ਜੁਆਇਨ ਕੀਤਾ ਸੀ ਜਦੋਂ। ਸੋ ਹਰ ਕੋਈ ਆਈ ਗੈਸ ਇੱਦਾਂ ਹੋਊਗਾ, ਜਿਵੇਂ ਆਪਣੀ ਗੱਲ ਕਰਾਂ ਤਾਂ, ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਇਸ ਦੇ ਵਿੱਚ ਕਿੱਦਾਂ ਲਿਖਣਾ ਜਾਂ ਕਿੱਦਾਂ ਨਹੀਂ ਲਿਖਣਾ। ਹਰੇਕ ਨੂੰ ਆਉਂਦਾ ਹੁੰਦਾ, ਬਟ ਪੈਟਰਨ ਨਹੀਂ ਫੋਲੋ ਕਰਨਾ ਆਉਂਦਾ ਹੁੰਦਾ। ਸੋ ਹੋਇਆ ਕਿ ਪਹਿਲੇ ਦਿਨ ਜਦੋਂ ਮੇਰੇ ਤੋਂ ਕੁਝ ਪੁੱਛਿਆ ਗਿਆ, ਰਾਈਟਿੰਗ ਦਾ ਟੌਪਿਕ ਦਿੱਤਾ ਗਿਆ, ਉਹਨਾਂ ਨੇ ਜੋ ਦਿੱਤਾ ਸੀ ਈਜ਼ੀ ਸੀ, ਜਿੱਦਾਂ ਆਪਾਂ ਇੰਗਲਿਸ਼ ਦਾ ਐਸੇ ਰਾਈਟ ਕਰਦੇ ਹਾਂ ਆਪਾਂ ਰਾਈਟ ਕਰਕੇ ਦਿੱਤਾ। ਸੋ ਉਦੋਂ ਮੈਨੂੰ ਕੀ ਹੌਲੀ ਪਤਾ ਲੱਗਿਆ। ਮੈਂ ਤਾਂ ਉਸੇ ਵੇਦੇ ਨਾਲ ਰੋਜ਼ ਕਰਦੀ ਹੁੰਦੀ ਸੀ, ਮੈਨੂੰ ਇੱਦਾਂ ਸੀ ਇਹ ਬੈਂਡ ਕਿਉਂ ਨਹੀਂ ਆ ਰਹੀ। ਸੋ ਹੋਇਆ ਕਿ ਹੌਲੀ ਪਤਾ ਲੱਗਾ ਲਾਈਨ ਟੂ ਲਾਈਨ ਲਿੰਕ ਬਣਨਾ ਹੁੰਦਾ। ਜਿੱਦਾਂ ਮੰਨ ਲਓ ਤੁਸੀਂ ਕੋਈ ਐਸੇ ਰਾਈਟ ਕਰ ਰਹੇ ਹੋ, ਮੈਂ ਤਾਂ ਵੈਸੇ ਗੱਲ ਕਰ ਰਹੀ, ਇੱਦਾਂ ਦੇ ਐਸੇ ਹੁੰਦੇ ਨਹੀਂ ਉਹਦੇ ਵਿੱਚ। ਜਿੱਦਾਂ ਉਹਦੇ ਵਿੱਚ ਤੁਹਾਨੂੰ ਕਿਹਾ ਗਿਆ ਤੁਸੀਂ ਕਿਤੇ ਗਏ ਆ, ਠੀਕ ਆ, ਉਹਦੇ ਬਾਰੇ ਲਿਖਣਾ। ਜਿਵੇਂ ਮੈਂ ਉੱਥੇ ਗਈ, ਉੱਥੇ ਜਾ ਕੇ ਮੈਂ ਆਹ ਚੀਜ਼ ਦੇਖੀ, ਉਹਨੂੰ ਦੇਖਣ ਦੇ ਨਾਲ ਕੀ ਹੋਇਆ ਕਿ ਮੇਰਾ ਮਨ ਕੀਤਾ ਮੈਂ ਵੀ ਉਹ ਚੀਜ਼ ਖਰੀਦਾਂ ਕਿਉਂਕਿ ਮੈਨੂੰ ਉਹਦਾ ਕਲਰ ਵਧੀਆ ਲੱਗਿਆ। ਇਹ ਲਿੰਕਿੰਗ ਹੋ ਗਈ, ਠੀਕ ਹੈ। ਤੇ ਇੱਕ ਚੀਜ਼ ਇੱਦਾਂ ਕਿ ਮੈਂ ਉੱਥੇ ਗਈ, ਫਿਰ ਉਸ ਤੋਂ ਬਾਅਦ ਮੈਂ ਇੱਦਾਂ ਦੱਸ ਰਹੀ ਹਾਂ ਮੈਂ ਉੱਥੇ ਗਈ, ਫਿਰ ਮੈਂ ਉੱਧਰ ਗਈ ਅਤੇ ਮੈਂ ਆਹ ਕੀਤਾ, ਮੈਂ ਉਹ ਖਰੀਦਿਆ। ਇਹ ਹੋ ਗਈਆਂ ਅਲੱਗ-ਅਲੱਗ ਚੀਜ਼ਾਂ। ਲਿੰਕਿੰਗ ਨਹੀਂ ਹੋਈ ਇਹਦੇ ਵਿੱਚ। ਮੇਨ ਲਿੰਕਿੰਗ ਹੁੰਦਾ ਜਾਂ ਆਪਾਂ ਨਾਲ ਵਿੱਚ ਕਨੈਕਟਰਸ ਵਗੈਰਾ ਲਗਾਉਣੇ ਹੁੰਦੇ ਨੇ, ਉਹ ਆਪਾਂ ਨੂੰ ਲਾਈਕ ਵੇ ਦੱਸ ਦਿੰਦੇ ਹੁੰਦੇ ਨੇ, ਇੱਦਾਂ ਯੂਜ਼ ਕਰਨਾ ਬਹੁਤ ਈਜ਼ੀ ਹੁੰਦਾ, ਕੋਈ ਟਫ ਚੀਜ਼ ਨਹੀਂ ਹੈਗੀ। ਸੋ ਲਾਸਟ ਥਿੰਗ ਜਿਹੜੀ ਰੀਡਿੰਗ ਦੇ ਵਿੱਚ ਕੀ ਹੁੰਦਾ, ਈਜ਼ੀ ਲੈਂਗੁਏਜ ਹੁੰਦੀ ਹੈ। ਗੱਲ ਕੀ ਜਿਹੜੀ ਮੇਰੇ ਨਾਲ ਹੋਈ ਕਿ ਮੈਨੂੰ ਇੱਦਾਂ ਹੁੰਦਾ ਸੀ ਕਿ ਹੈਗਾ ਬਹੁਤ ਈਜ਼ੀ ਹੈ, ਕੁਐਸਚਨ ਮੋਲਡ ਕਰਕੇ ਥੋੜ੍ਹੇ ਬਹੁਤ ਹੁੰਦੇ ਨੇ, ਠੀਕ ਹੈ। ਅਤੇ ਮੈਨੂੰ ਸਟਾਰਟਿੰਗ ਦੇ ਵਿੱਚ ਕੀ ਸੀ, ਇਹ ਮੈਂ ਕਰ ਲੈਂਦੀ ਸੀ। ਇੱਕ ਮੇਰੇ ਲਈ ਟਾਈਮ ਘੱਟ ਰਹਿੰਦਾ ਹੁੰਦਾ ਸੀ, ਕਿਉਂਕਿ ਲਾਈਕ ਮੈਂ ਬਹੁਤ ਸਲੋ ਕੋਈ ਵੀ ਚੀਜ਼ ਰੀਡ ਕਰਦੀ ਹਾਂ, ਉਹਨੂੰ ਬਹੁਤ ਸਲੋ ਕਰਦੀ ਹਾਂ, ਬਹੁਤ ਟਾਈਮ ਲਗਾਉਂਦੀ ਹਾਂ। ਸੋ ਦ ਥਿੰਗ ਇਜ਼ ਫਰਸਟਲੀ ਯੂ ਹੈਵ ਟੂ ਮੈਨੇਜ ਦ ਟਾਈਮ, the way you are doing, you have to manage that, and just highlight the words. Firstly, I was very afraid of like how to do this, how to manage time, how to do it quickly, how to read the things quickly. And third thing, which is the most important, that was practice. So मेरे first attempt ਦੇ ਵਿੱਚ 6.5 ਸੀ। ਕਿਉਂ? ਮੇਰੀ ਕੰਸਨਟ੍ਰੇਸ਼ਨ ਨਹੀਂ ਸੀ ਹੁੰਦੀ। ਮੈਨੂੰ ਇੱਦਾਂ ਹੁੰਦਾ ਸੀ ਕਿ ਮੈਂ ਕਰਨਾ ਪਰ ਕਰਨਾ ਕਿੱਦਾਂ, ਉਹ ਨਹੀਂ ਸੀ ਮੈਂ ਸੋਚਦੀ ਹੁੰਦੀ ਕਿ ਹਾਂ ਮੈਨੂੰ ਇੱਦਾਂ ਹੀ ਮੈਂ ਟੈਨਸ਼ਨ ਲੈਂਦੀ ਹੁੰਦੀ ਸੀ ਕਿ ਮੇਰੇ ਆਉਂਦੇ ਕਿਉਂ ਨਹੀਂ, ਠੀਕ ਹੈ।
ਬਸ ਇਹ ਚੀਜ਼ ਮੈਂ ਸੋਚਦੀ ਰਹਿਣਾ, ਜਦੋਂ ਮੈਂ ਸਟਾਰਟ ਕਰਨਾ ਮੈਂ ਉਦੋਂ ਹੀ ਮੇਰੇ ਮਾਈਂਡ ਦੇ ਵਿੱਚ ਆ ਜਾਣਾ ਕਿ ਨਹੀਂ ਮੇਰੇ ਨਹੀਂ ਆਉਣੇ। ਹੋਰ ਕਿਸੇ ਚੀਜ਼ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ ਸੀ, ਕਿਉਂਕਿ ਮੈਨੂੰ ਕੋਈ ਫਰਕ ਹੀ ਨਹੀਂ ਸੀ ਪੈਂਦਾ। ਸੋ ਜਦੋਂ ਮੇਰੇ ਨਾਲ ਕਲਾਸ ਦੇ ਵਿੱਚ ਵੀ ਆਲਵੇਜ਼ ਮੇਰੇ ਰੀਡਿੰਗ 'ਚੋਂ ਹੀ ਘੱਟ ਆਉਂਦੇ ਹੁੰਦੇ ਸੀ, ਕਿਉਂਕਿ ਮੇਰਾ ਫੋਕਸ ਉਹੀ ਹੁੰਦਾ ਸੀ। ਬਟ ਮੈਂ ਕਹਿ ਸਕਦੀ ਮੈਂ ਧਿਆਨ ਨਾਲ ਰੀਡ ਨਹੀਂ ਸੀ ਕਰਦੀ ਹੁੰਦੀ, ਮੈਂ ਕੰਸਨਟਰੇਟ ਨਹੀਂ ਸੀ ਕਰਦੀ ਹੁੰਦੀ, ਬਟ ਮੈਨੂੰ ਇੱਦਾਂ ਹੁੰਦਾ ਸੀ ਮੇਰੇ ਇਹਦੇ 'ਚੋਂ ਹੀ ਆਉਣੇ ਚਾਹੀਦੇ ਨੇ। ਸੋ ਜਦੋਂ ਪਹਿਲੀ ਵਾਰ ਇੱਦਾਂ ਹੋਇਆ, ਮੇਰਾ ਟਾਰਗੇਟ ਇਹ ਸੀ ਕਿ ਮੇਰੇ ਰੀਡਿੰਗ 'ਚੋਂ ਬੈਂਡ 8 ਆਉਣੇ ਚਾਹੀਦੇ ਨੇ। ਸੋ thereafter I started practicing more and more about reading. I was just doing like 4 to 5 times reading in a day. So every time I just started finding the things on YouTube, searching on Google, like what's the meaning of this, what's the meaning of that, how to manage time, how to read, how to follow the tricks or something. Everything I was searching on Google about reading. I was just totally forgot about listening, writing, speaking, because I knew that I was okay with that, I can do, and that was nothing for me. So the thing was just reading. So it was just a transition period, you know, and that was little bit difficult for me ਕਿਉਂਕਿ ਮੈਨੂੰ ਇੱਦਾਂ ਨਹੀਂ ਸੀਗਾ। ਮੇਨ ਗੱਲ ਇਹ ਹੁੰਦੀ ਆ, ਜਾਂ ਬੰਦੇ ਨੂੰ ਆਉਂਦਾ ਨਾ ਹੋਵੇ ਜਾਂ ਬੰਦੇ ਨੂੰ ਸਮਝ ਨਾ ਆਉਂਦੀ ਹੋਵੇ, ਇਹਨਾਂ 'ਚੋਂ ਕੁਝ ਵੀ ਨਹੀਂ ਸੀ। ਅਤੇ ਫਿਰ ਮੈਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਮੇਰੀ ਪ੍ਰੋਬਲਮ ਕਿੱਥੇ ਆਈ, ਕਿਉਂ ਇੱਦਾਂ ਹੋਇਆ। ਜਾਂ ਤਾਂ ਹੁੰਦਾ ਕਿ ਇੱਕ ਬੰਦੇ ਨੂੰ ਪਤਾ ਹੀ ਨਾ ਹੋਵੇ, ਕੁਛ ਵੀ ਨਾ ਆਉਂਦਾ ਹੋਵੇ, ਸਮਝ ਨਾ ਆਉਂਦੀ ਹੋਵੇ, ਸਭ ਕੁਝ ਮੈਨੂੰ ਪਤਾ ਲੱਗਦਾ ਹੁੰਦਾ ਸੀ ਕੀ ਕਹਿ ਰਹੇ, ਕਿੱਦਾਂ। ਗੱਲ ਕੀ ਸੀ? ਟੈਨਸ਼ਨ। ਫੋਕਸ ਨਹੀਂ ਸੀ ਹੋ ਰਿਹਾ, ਟੈਨਸ਼ਨ ਹੁੰਦੀ ਸੀ ਸਿਰਫ ਕਿ ਮੈਂ ਨਹੀਂ ਕਰ ਸਕਦੀ, ਮੇਰੇ ਤੋਂ ਨਹੀਂ ਹੁੰਦਾ ਪਿਆ, ਮੈਨੂੰ ਇੱਦਾਂ ਹੁੰਦਾ ਸੀ। ਸਟਾਰਟਿੰਗ ਜਦੋਂ ਮੈਂ ਕਰਨੀ, ਮੇਰਾ ਸਾਰਾ ਟਾਈਮ ਸਾਰਾ ਰੀਡਿੰਗ ਦਾ ਟਾਈਮ ਇੱਦਾਂ ਹੀ ਲੰਘਦਾ ਸੀ, ਮੇਰੇ ਤੋਂ ਨਹੀਂ ਹੋਣਾ। ਸੋ ਤੁਹਾਨੂੰ ਵੀ ਮੇਰੀ ਇਹੀ ਸਜੈਸ਼ਨ ਆ, ਜਿੰਨੀ ਰੀਡਿੰਗ ਦੀ ਪ੍ਰੈਕਟਿਸ, ਮੋਸਟਲੀ ਜਿੱਥੋਂ ਤੱਕ ਮੈਂ ਹਰੇਕ ਤੋਂ ਪੁੱਛਦੀ ਹੁੰਦੀ ਸੀ, ਜਿਵੇਂ ਕੋਈ ਫਰੈਂਡਸ ਵਗੈਰਾ, ਸਾਰਿਆਂ ਦਾ ਇਹੀ ਹੁੰਦਾ ਸੀ ਕਿ ਰੀਡਿੰਗ ਹੈ ਨਾ। ਅਤੇ ਆਈ ਗੈਸ ਸਭ ਤੋਂ ਈਜ਼ੀ ਉਹੀ ਹੁੰਦੀ ਆ, ਪਰ ਗੱਲ ਕਿ ਥੋੜ੍ਹੀ ਜਿਹੀ ਕੰਸਨਟ੍ਰੇਸ਼ਨ ਦੀ ਲੋੜ ਹੁੰਦੀ ਆ, ਕਿ ਧਿਆਨ ਨਾਲ ਉਹਨੂੰ ਪੜ੍ਹਨਾ ਤੇਜ਼, ਤਾਂ ਕਿ ਟਾਈਮ ਮੈਨੇਜ ਹੋ ਜੇ। ਧਿਆਨ ਨਾਲ ਪੜ੍ਹਨਾ ਕੀ ਆਖਿਆ, ਅਤੇ ਉਹਨੂੰ ਨਾਲ ਹਾਈਲਾਈਟ ਕਰਦੇ ਜਾਓ ਲਾਈਨਸ ਨੂੰ, ਕੀ ਕਹਿ ਰਹੇ ਨੇ, ਜਿਹੜੀ ਮੇਨ ਚੀਜ਼ ਲੱਗਦੀ ਆ ਆਪਾਂ ਨੂੰ। ਫਿਰ ਉਸ ਤੋਂ ਬਾਅਦ ਕੁਐਸਚਨ ਰੀਡ ਕਰੋ, ਨਾਲ ਦੀ ਨਾਲ ਫਿਰ ਉਹਨੂੰ ਫਾਈਂਡ ਕਰੋ। ਈਜ਼ੀ ਸੀ। ਫਿਰ ਮੈਨੂੰ ਇੱਦਾਂ ਲੱਗਾ ਮੈਂ ਪਹਾੜ ਬਣਾਇਆ ਹੋਇਆ। ਇੱਕ ਫਸਟ ਅਟੈਂਪਟ ਤੋਂ ਬਾਅਦ ਮੈਂ 2 ਮਹੀਨੇ ਹੋਰ ਲਗਾ ਕੇ ਫਿਰ ਉਸ ਤੋਂ ਬਾਅਦ ਮੈਂ ਪੇਪਰ ਦਿੱਤਾ। ਫਿਰ ਅਤੇ ਉਦੋਂ ਮੈਨੂੰ ਇੱਦਾਂ ਸੀ ਬਸ ਅੱਜ ਮੇਰਾ ਪੇਪਰ ਪੇਪਰ ਦੇ ਨਾਲ ਗੱਲ ਖਤਮ। ਅਤੇ ਪਹਿਲੀ ਵਾਰ ਮੈਨੂੰ ਇੱਦਾਂ ਮੇਰਾ ਦਿਲ ਪੂਰੀ ਇੱਦਾਂ ਹੋ ਰਿਹਾ ਸੀ ਅੰਦਰ ਕਿ ਰੀਡਿੰਗ ਇੱਦਾਂ ਹੀ ਘੁੰਮੀ ਜਾ ਰਿਹਾ ਸੀ ਅੰਦਰ, ਕਿ ਨੋ ਆਈ ਕੈਨ ਡੂ। ਫਿਰ ਉਸ ਤੋਂ ਬਾਅਦ ਕੀ ਹੋਇਆ, ਸੈਕਿੰਡ ਟਾਈਮ ਮੈਨੂੰ ਕੁਛ ਵੀ ਨਹੀਂ ਸੀ ਇੱਦਾਂ ਕਿ ਮੈਨੂੰ ਘਬਰਾਹਟ ਹੋ ਰਹੀ ਸੀ ਜਾਂ ਜਿਵੇਂ ਵੀ ਸੀ। ਮੈਨੂੰ ਇੱਦਾਂ ਸੀ ਕਿ ਇੰਨੇ ਟਾਈਮ ਦੀ ਮੈਂ ਪ੍ਰੈਕਟਿਸ ਕਰ ਰਹੀ ਹਾਂ, ਕੋਈ ਗੱਲ ਨਹੀਂ, ਇੱਕ ਆ ਗਈ ਠੀਕ ਆ, ਨਹੀਂ ਤਾਂ ਵੀ ਮਤਲਬ ਮੈਂ ਕੁਛ ਵੀ ਨਹੀਂ ਸੋਚਿਆ ਸੀ ਕਿ ਵਧੀਆ ਹੋਊ ਘਟੀਆ ਹੋਊ। ਬਸ ਮੈਨੂੰ ਇੱਦਾਂ ਹੀ ਮੈਂ ਪ੍ਰੈਕਟਿਸ ਕੀਤੀ ਹੋਈ ਆ ਬਸ। ਟੈਸਟ ਅੱਜ ਫਿਰ ਟੈਸਟ ਹੀ ਇੱਕ ਹੋ ਗਿਆ। ਜਦੋਂ ਈਵਨ ਕਿ ਰਿਜ਼ਲਟ ਵੀ ਆਉਣਾ ਸੀ, ਮੈਨੂੰ ਕੋਈ ਘਬਰਾਹਟ ਨਹੀਂ ਸੀ ਹੋ ਰਹੀ, ਨਾ ਮੈਨੂੰ ਇੱਦਾਂ ਸੀ ਕਿ ਮੇਰਾ ਵਧੀਆ ਹੋਊਗਾ, ਨਾ ਮੈਨੂੰ ਇੱਦਾਂ ਹੀ ਮੇਰਾ ਘਟੀਆ ਹੋਊਗਾ। ਸੋ ਜੋ ਸੋਚਿਆ ਸੀ ਉਹ ਹੋ ਗਿਆ। ਬਸ ਮੇਰਾ ਟਾਰਗੇਟ ਸਿਰਫ ਰੀਡਿੰਗ ਦਾ ਸੀ, ਰੀਡਿੰਗ 'ਚੋਂ ਆਪਣੇ 8 ਆ ਗਏ। ਅਤੇ ਉਦੋਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਤਾਂ ਨਹੀਂ ਹੋਈ, ਪਰ ਮੈਨੂੰ ਇੱਦਾਂ ਸੀ ਕਿ ਚਲੋ ਪ੍ਰੈਕਟਿਸ ਕਰਨ ਦਾ ਮੁੱਲ ਪੈ ਗਿਆ। ਸੋ ਮੈਂ ਤੁਹਾਨੂੰ ਵੀ ਇਹੀ ਕਹੂੰਗੀ, ਜਿਹੜੇ ਵੈਸੇ ਤਾਂ ਮੋਸਟਲੀ ਕਿਸੇ ਨੂੰ ਆਪਾਂ ਸਾਰੇ ਹੈ ਨਾ ਵਧੀਆ ਸਭ ਨੂੰ ਪਤਾ ਹੁੰਦਾ, ਲਾਈਕ ਇੰਗਲਿਸ਼ ਹਰੇਕ ਨੂੰ ਹੀ ਆਉਂਦੀ ਹੁੰਦੀ ਹੈ ਕਿੱਦਾਂ, ਬਸ ਉਹਨੂੰ ਕੀ ਆ ਇਸ ਦੇ ਵਿੱਚ ਔਰਗਨਾਈਜ਼ ਕਰਨਾ ਹੁੰਦਾ, ਪੈਟਰਨ ਫੋਲੋ ਕਰਨੇ ਹੁੰਦੇ। ਆਪਾਂ ਇੱਕ ਪੈਟਰਨ ਬਣਾਇਆ ਹੁੰਦਾ, ਉਸ ਵੇ ਦੇ ਨਾਲ ਆਪਾਂ ਉਹ ਇੰਗਲਿਸ਼ ਨੂੰ ਮੈਨੇਜ ਕਰਨਾ ਹੁੰਦਾ ਕਿ ਇੱਦਾਂ ਕਰਨਾ। ਸੋ ਯੂ ਹੈਵ ਟੂ ਡੂ ਅਕੋਰਡਿੰਗਲੀ, ਰਾਈਟ। ਦੈਨ ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਟੈਨਸ਼ਨ ਜ਼ਿਆਦਾ ਹੁੰਦੀ ਹੈ ਕਿ ਹੁਣ ਕਿਉਂ ਜਾਂ ਥੋੜ੍ਹੀ ਜਿਹੀ ਇੱਦਾਂ ਹੁੰਦਾ ਕਿ ਮੈਂ ਨਹੀਂ ਕਰ ਸਕਦੀ, ਇਹ 2 ਚੀਜ਼ਾਂ ਟੈਨਸ਼ਨ ਕੱਢਣੀ ਹੈ ਅਤੇ ਜਿਹੜੀ ਮੈਂ ਨਹੀਂ ਕਰ ਸਕਦੀ, ਇਹ ਚੀਜ਼ਾਂ ਨੂੰ ਸਾਈਡ 'ਤੇ ਰੱਖਣਾ, ਫੁੱਲ ਰਿਲੈਕਸ ਹੋ ਕੇ ਹੱਸ ਕੇ ਖੇਡ ਕੇ ਕਲਾਸਿਸ ਲਗਾਉਣੀਆਂ, ਆਪਣੀ ਪ੍ਰੈਕਟਿਸ ਕਰਨੀ ਆ, ਠੀਕ ਹੈ। ਫਿਰ
ਕੁਝ ਵੀ ਈਜ਼ੀ ਨਹੀਂ ਹੈਗਾ, ਕੁਝ ਵੀ ਔਖਾ ਨਹੀਂ ਹੈਗਾ। ਲਿਸਨਿੰਗ ਜਾਂਦੇ ਹੀ ਆਪਣੀ ਕਲੀਅਰ ਹੋਣੀ ਸਟਾਰਟ ਹੋ ਜਾਣੀ ਆ, 1 ਹਫ਼ਤੇ ਦੇ ਅੰਦਰ ਹੀ ਲਿਸਨਿੰਗ ਹੋ ਜਾਣੀ ਆ, ਸਪੀਕਿੰਗ ਵੀ ਹੋ ਜਾਣੀ ਆ, ਸਭ ਨੂੰ ਆਉਂਦਾ ਹੁੰਦਾ। ਰਾਈਟਿੰਗ ਜਿਹੜੀ ਹੈ ਰਾਈਟਿੰਗ ਵੀ ਹੋ ਜਾਣੀ ਆ। ਰਾਈਟਿੰਗ ਕੀ ਹੁੰਦਾ, ਐਸੇ ਹੁੰਦਾ ਸਿਰਫ, ਉਹ ਵੀ ਅਬ ਤੁਹਾਡਾ 1 ਵੀਕ ਦੇ ਅੰਦਰ ਅੰਦਰ ਹੋਣਾ ਸਟਾਰਟ ਹੋ ਜਾਊ। ਇਹ 3 ਚੀਜ਼ਾਂ ਹੋ ਜਾਣਗੀਆਂ। ਜੇ ਚੌਥੀ ਚੀਜ਼ ਜਿਹੜੀ ਹੈਗੀ ਹੈ, ਜੇ ਕਿਸੇ ਨੂੰ ਔਖੀ ਲੱਗਦੀ ਹੈ, ਵੈਸੇ ਤਾਂ ਆਈ ਗੈਸ ਇਹਦੇ ਵਿੱਚ ਵੀ ਨਹੀਂ ਆਊਗੀ ਪ੍ਰੋਬਲਮ, ਕਿਉਂਕਿ ਕੋਈ ਹੁੰਦਾ ਜਿਹੜਾ ਬੰਦਾ ਜ਼ਿਆਦਾ ਟੈਨਸ਼ਨ ਲੈਂਦਾ ਹੁੰਦਾ। ਮੈਂ ਨਹੀਂ, ਕੁੜੀਆਂ ਦੇ ਵਿੱਚ ਹੀ ਹੁੰਦਾ ਕੁੜੀਆਂ ਨੂੰ ਜ਼ਿਆਦਾ ਹੁੰਦਾ। ਹੋਏ ਜਿਵੇਂ ਕਹਿ ਸਕਦੇ ਹਾਂ ਨਾ, ਜਦੋਂ ਆਪਣੇ ਮਾਰਕਸ ਕਲਾਸਿਸ ਆਪਾਂ ਛੋਟੇ ਹੁੰਦੇ ਹੈ ਨਾ, 1 ਨੰਬਰ ਘੱਟ ਆਉਣਾ, ਮੈਂ ਤਾਂ ਆਪ ਪਿੱਟਣ ਲੱਗ ਗਿਆ ਹੁੰਦੀ, ਹੋਏ ਮੰਮੀ ਮੇਰੇ ਨੰਬਰ ਨਹੀਂ ਆਏ, ਹੋਏ ਮੰਮੀ ਉਹਦੇ ਮੇਰੇ ਤੋਂ 1 ਨੰਬਰ ਵੱਧ ਆਇਆ, ਮੇਰੀ ਸਹੇਲੀ ਦਾ ਜੋ ਨੰਬਰ ਹੈ, ਮੈਂ ਰੋਣ ਲੱਗ ਜਾਣਾ, ਹੋਏ ਮੇਰਾ 1 ਨੰਬਰ ਘੱਟ ਗਿਆ। ਮੈਨੂੰ ਮੈਂ ਰੱਬ ਨੂੰ ਲੜਦੀ ਹੁੰਦੀ ਸੀ, ਰੱਬਾ ਤੂੰ ਮੇਰੇ ਨਾਲ ਹੀ ਆਏਂ ਕਦੋਂ ਕਰਨਾ ਹੁੰਦਾ, ਵੇਖ ਕਿ ਮੈਂ ਨਹੀਂ ਤੈਨੂੰ ਬੁਲਾਉਣਾਗਾ, ਮੈਂ ਪੜ੍ਹੀ ਸੀ, ਮੇਰਾ ਫਿਰ ਵੀ ਨੰਬਰ ਨਹੀਂ ਆਈ, ਇੱਦਾਂ ਹੁੰਦਾ। ਠੀਕ ਹੈ, ਇਹ ਚੀਜ਼ ਸਾਈਡ 'ਤੇ ਰੱਖਣੀ ਆ, ਸਿਰਫ ਹੱਸ ਖੇਡ ਕੇ ਕਿ ਯਾ ਇਹ ਆਪਣੇ ਕੋਈ ਚੀਜ਼, ਇਹ ਆਪਣੇ ਅੱਗੇ ਕੁਛ ਵੀ ਨਹੀਂ ਹੈਗੀ ਗੀ, ਸਿੰਪਲ ਚੀਜ਼ ਆ, ਲਿਖੀ ਹੋਈ ਕੁਐਸਚਨ ਆ, ਉਹਨਾਂ ਦੇ ਆਨਸਰ ਦੇਣੇ ਆ, ਦੈਟਸ ਇਟ। ਇੱਦਾਂ ਕਰੋਗੇ ਤਾਂ ਤੁਹਾਡੇ ਕੁਇਕਲੀ ਰਿਜ਼ਲਟ ਤੁਹਾਡਾ ਕੁਇਕਲੀ ਵਧੀਆ ਆਊਗਾ। You don't have to worry about that, like ਕੀ ਰਿਜ਼ਲਟ ਆਊਗਾ ਕੀ ਨਹੀਂ ਆਊਗਾ, ਜਸਟ calm down and do it। ਸੋ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ, ਸਭ ਕੁਝ ਬਹੁਤ ਜ਼ਿਆਦਾ ਈਜ਼ੀ ਆ, ਬਹੁਤ ਜ਼ਿਆਦਾ ਈਜ਼ੀ, ਕੁਛ ਵੀ ਔਖਾ ਹੈ ਨਹੀਂ ਆ। ਗੱਲ ਕੀ ਆ, ਸਿਰਫ ਇੱਕ ਕੰਸਨਟ੍ਰੇਸ਼ਨ ਹੋਣੀ ਚਾਹੀਦੀ ਆ, ਹੋਰ ਕੁਛ ਨਹੀਂ। ਕੰਸਨਟ੍ਰੇਸ਼ਨ ਅਤੇ ਥੋੜ੍ਹਾ ਜਿਹਾ ਕਾਮ ਡਾਊਨ ਹੋਣ ਦੀ ਲੋੜ ਆ, ਸਭ ਸਹੀ ਆ। ਕਿਉਂਕਿ ਬੰਦੇ ਦੇ ਅੰਦਰ ਕਈ ਵਾਰੀ ਕੋਈ ਗੱਲਾਂ ਚੱਲਦੀਆਂ ਰਹਿੰਦੀਆਂ, ਜਾਂ ਜੇ ਕੋਈ ਟੈਨਸ਼ਨ ਹੁੰਦੀ ਆ, ਕੋਈ ਹੋਰ ਗੱਲਾਂ ਹੁੰਦੀਆਂ, ਸਭ ਕੁਝ ਭੁਲਾ ਕੇ ਸ਼ਾਂਤੀ ਦੇ ਨਾਲ, ਜਿਵੇਂ ਕਹਿ ਸਕਦੇ ਨਾ, ਪੂਰਾ ਫੋਕਸ ਰੱਖਣਾ ਆਪਣੇ 'ਤੇ, ਜੋ ਕਰਾ ਰਹੇ ਨੇ ਉਹਦੇ ਵੱਲ ਧਿਆਨ ਦੇਣਾ। ਕੁਝ ਵੀ ਨਹੀਂ ਹੈਗਾ, ਸਭ ਕੁਝ ਬਹੁਤ ਈਜ਼ੀ ਆ, ਬਹੁਤ ਜ਼ਿਆਦਾ ਈਜ਼ੀ ਆ। ਪਰ ਮੈਨੂੰ ਇੱਦਾਂ ਹੁੰਦਾ ਕਿ ਹਾਂ ਯਾਰ ਮੈਂ ਕਿਹੋ ਜਿਹੀ ਹਾਂ, ਕਿ ਉਹ ਮੈਂ ਇੱਦਾਂ ਸੋਚੀ ਜਾਣਾ ਕਿ ਮੇਰੇ ਆਉਂਦੇ ਨਹੀਂ ਪਏ, ਕਿਉਂ ਨਹੀਂ ਆਉਂਦੇ, ਇਹ ਉਹ ਮੈਂ ਪਿੱਟੀ ਜਾਣਾ ਬਸ। ਇਹ ਰੋਈ ਜਾਂਦੀ ਹੁੰਦੀ ਸੀ ਮੈਂ ਕਲਾਸ ਦੇ ਵਿੱਚ। ਮੇਰੇ ਅੱਜ ਵੀ ਟੀਚਰ ਨਾਲ ਜਦੋਂ ਗੱਲ ਹੁੰਦੀ ਆ, ਕਹਿੰਦੇ ਹੁੰਦੇ ਆ ਵੀ ਯਾਦ ਕਰਦੀ ਹੁੰਦੀ ਆ ਕਿ ਜਿਵੇਂ ਮੈਮ ਕਹਿੰਦੇ ਹੁੰਦੇ ਆ ਕਿ ਕਿੱਦਾਂ ਰੀਡਿੰਗ ਲਈ ਰੋਂਦੀ ਰਹਿੰਦੀ ਹੁੰਦੀ ਸੀ, ਆਏ ਮੇਰੇ ਆਉਂਦੇ ਨਹੀਂ। ਸੋ ਬਸ ਗੱਲ ਇਹੀ ਆ, ਰੋਣਾ ਨਹੀਂ, ਫੋਕਸ ਕਰਨਾ, ਅਤੇ ਵੇਖਿਓ ਪਹਿਲੀ ਵਾਰ 'ਚ ਤੁਹਾਡੀ ਕਿਵੇਂ ਆਉਂਦੇ ਆ। ਸੋ ਮੇਰਾ ਇਹ ਸਾਰੀ ਸਟੋਰੀ ਸੁਣਾਉਣ ਦਾ ਮਤਲਬ ਇਹ ਸੀ ਕਿ ਜੋ ਮੇਰੇ ਨਾਲ, ਜੋ ਮੈਂ ਐਕਸਪੀਰੀਅੰਸ ਕੀਤਾ, ਮੇਰਾ ਐਕਸਪੀਰੀਅੰਸ ਸਿਰਫ ਰੀਡਿੰਗ ਨਾਲ ਰਿਲੇਟਡ ਹੈ। ਬਾਕੀ ਮੈਨੂੰ ਕਿਸੇ 'ਚ ਕੋਈ ਪ੍ਰੋਬਲਮ ਆਈ ਹੋਈ ਨਹੀਂ। ਬਾਕੀ ਸਭ ਕੁਝ ਆਈ ਥਿੰਕ ਕਿਸੇ ਨੂੰ ਵੀ ਨਹੀਂ ਆਉਂਦੀ। ਬਾਕੀ ਮੋਰ ਦੈਨ ਇਨਫ ਲੋਕਾਂ ਨੂੰ ਕਿਸੇ ਚੀਜ਼ 'ਚ ਵੀ ਨਹੀਂ ਆਉਂਦੀ, ਸਾਰੇ ਕੁਝ ਹੀ ਸਹੀ ਹੁੰਦਾ ਉਹਨਾਂ ਦਾ। ਬਹੁਤ ਇੱਦਾਂ ਦੇ ਲੋਕ ਵੀ ਹੁੰਦੇ ਨੇ, ਵਧੀਆ ਗੱਲ ਆ। ਪਰ ਜੇ ਕਿਸੇ ਨੂੰ ਇੱਕ ਅੱਧੇ ਮੋਡਿਊਲ 'ਚ ਆਉਂਦੀ ਹੈ, ਜਿੱਦਾਂ ਕਿ ਮੈਨੂੰ ਰੀਡਿੰਗ 'ਚ ਆਈ ਸੀ, ਬਸ ਗੱਲ ਕੀ ਹੈ, ਸਿਰਫ ਫੋਕਸ ਕਰਨ ਦੀ ਲੋੜ ਆ, ਹੋਰ ਕੁਝ ਨਹੀਂ ਹੈਗਾ। So what you have to do, breathe out, relax and do it। That's all about it। ਸੋ ਜੇ ਮੈਨੂੰ ਕਿਸੇ ਨੇ ਪੁੱਛਣਾ ਕਿੱਦਾਂ ਜਾ ਰਹੀ ਆ, ਵਧੀਆ ਜਾਂ ਕਿੱਦਾਂ, ਮੈਂ ਉਦੋਂ ਵੀ ਸਾਰਿਆਂ ਨਾਲ ਰੋਂਦੀ ਰਹਿਣਾ, ਮੈਨੂੰ ਕੁਛ ਨਹੀਂ ਆਉਂਦਾ, ਮੈਨੂੰ ਕੁਛ ਨਹੀਂ। ਨੈਗੇਟਿਵ ਥਿੰਕਿੰਗ ਜਿਹੜੀ ਹੁੰਦੀ ਨਾ, ਉਹ ਬੰਦੇ ਨੂੰ, ਜੇ ਬੰਦਾ ਇੱਥੇ ਹੋਵੇ ਨਾ, ਤਾਂ ਬੰਦੇ ਨੂੰ ਇੱਥੇ ਕਰ ਦਿੰਦੀ ਹੈ। ਸੋ ਸਭ ਕੁਝ ਨੈਗੇਟਿਵਿਟੀ, ਪੋਜ਼ੀਟਿਵਿਟੀ, ਇਹ ਚੀਜ਼ਾਂ ਵਰਕ ਕਰਦੀਆਂ। ਪਰ ਮੈਂ ਇੱਦਾਂ ਨਹੀਂ ਸੀ ਸੋਚਦੀ ਹੁੰਦੀ, ਬਟ ਜਦੋਂ ਬੰਦੇ ਦੇ ਨਾਲ ਖੁਦ ਇੱਦਾਂ ਹੁੰਦਾ ਨਾ ਬੰਦਾ, ਉਦੋਂ ਬੰਦੇ ਨੂੰ ਪਤਾ ਲੱਗਦਾ ਕਿ ਹਾਂ ਵੀ ਜਦੋਂ ਨਾ ਕਹੀਏ ਨਾ, ਉਦੋਂ ਚੀਜ਼ ਆਟੋਮੈਟਿਕਲੀ ਉੱਦਾਂ ਹੀ ਹੁੰਦੀ ਹੈ। ਥਿੰਕ ਪੋਜ਼ੀਟਿਵ, ਸਭ ਕੁਝ ਹੀ ਵਧੀਆ ਹੋਊਗਾ। ਬਹੁਤ ਈਜ਼ੀ ਹੁੰਦਾ, ਬਹੁਤ ਹੀ ਜ਼ਿਆਦਾ, ਕੁਛ ਵੀ ਟਫ ਨਹੀਂ ਹੁੰਦਾ, ਕਿਉਂਕਿ ਇਹਦੇ ਵਿੱਚ ਨਾ ਕੋਈ ਚੈਪਟਰਸ ਹੁੰਦੇ ਨੇ, ਨਾ ਆਪਣਾ ਕੋਈ ਸਿਲੇਬਸ ਹੁੰਦਾ, ਕੁਛ ਵੀ ਨਹੀਂ ਹੁੰਦਾ। ਕੁਐਸਚਨ ਹੁੰਦੇ ਆ, ਉਹਨਾਂ ਦਾ ਆਨਸਰ ਕਰਨਾ ਹੁੰਦਾ, ਗੱਲ ਖਤਮ। ਉਹ ਵੀ ਜੋ ਵੀ ਆਪਾਂ ਅੰਦਰ ਮਾਈਂਡ ਦੇ ਵਿੱਚ ਕ੍ਰੀਏਟ ਕਰਨਾ, ਭਲਾ ਆਪਾਂ ਕੁਝ ਸੱਚ ਆ ਝੂਠ ਆ, ਜਸਟ ਉਹਨਾਂ ਨੇ ਸੱਚ ਝੂਠ ਥੋੜ੍ਹੀ ਚੈੱਕ ਕਰਕੇ ਦੱਸਣਾ, ਉਹਨਾਂ ਨੇ ਸਿਰਫ ਇਹੀ ਦੱਸਣਾ, ਉਹਨਾਂ ਨੇ ਸਿਰਫ ਇਹੀ ਚੈੱਕ ਕਰਨਾ ਕਿ ਹਾਂ ਤੁਹਾਨੂੰ ਇੰਗਲਿਸ਼ ਆਉਂਦੀ ਆ। ਬਸ ਇਹੀ ਟੈਸਟ ਕਰਨ ਲਈ ਉਹ ਬੈਠੇ ਹੁੰਦੇ ਆ, ਉਹੀ ਆਪਾਂ ਕਰ ਰਹੇ ਹਾਂ। ਮੈਨੂੰ ਉਹਦੇ ਪੁਰਾਣੇ ਦਿਨ ਚੇਤੇ ਆ ਗਏ। ਸੋ ਗੋਇੰਗ ਫੋਰਵਰਡ, ਆਈ ਜਸਟ ਵਾਂਟ ਟੂ ਸੇ, if you find any difficulty in any of module, then you just have to do one thing, that's practice, which will make you perfect, and that's the way to improve it. I guess there is nothing in the world that you can't do it. It's all about positivity, and that's what I
I didn't have at that time. So I just learned from my mistakes that it's all about positivity. So just think positive if you want to do something. I hope you all will get that soon which you want in your life. But you know, I just want to say you one thing, like if you are the one who is having dream to come here in Canada, then I must say that when you will arrive here, you'll be having only one dream, and that will be, I just want to go back in my home country. And that's me now. I just only have one dream, just to go back and hug my family members. That's, I think this is what every Indian or like the one who are separated from their family members, they just think like that. They just want to meet their back home members. I guess this is the end of our information which I have. So sorry, I just have these things only. I just have only one experience, that's all about reading. Hopefully it will be a little bit beneficial for you. I just didn't want to make it. I just didn't want to record it because I don't have much experience about these things. But as you people were saying to make a vlog on this, to shoot a video on this, so that's why I just made it. Don't know it will be useful or not, but I just tried my best. So thank you all. Hopefully it will be a little bit helpful for you people. So thank you, keep supporting. Now happy puller, bye bye. ਭੱਜ ਗਈ ਅਮਨ। ਮੈਂ ਕਿਹਾ ਬੋਰਿੰਗ ਹੋ ਗਿਆ ਸਾਰਾ ਕੁਝ। ਅਮਨ ਕੁਝ ਖਾਈਏ? ਮੈਂ ਕਿਹਾ ਬੋਰ ਵਾਲਾ ਹੋ ਗਿਆ। ਮੈਨੂੰ ਨਾ ਮੈਨੂੰ ਸਿਆਣੀਆਂ ਚੀਜ਼ਾਂ ਨਾ ਬੋਲਣ 'ਚ ਬਹੁਤ ਔਖਾ ਲੱਗਦਾ, ਕਿਉਂਕਿ ਮੈਨੂੰ ਇੱਕ ਤਾਂ ਮੈਂ ਬਹੁਤ ਜਲਦੀ ਭੁੱਲ ਜਾਂਦੀ ਹਾਂ, ਤੇ ਦੂਜੀ ਗੱਲ ਮੈਨੂੰ ਸਿਆਣੀਆਂ ਗੱਲਾਂ ਕਰਨੀਆਂ ਨਹੀਂ ਆਉਂਦੀਆਂ। ਹਾਏ ਮੇਰੇ ਰੱਬਾ, ਇਹ ਤਾਂ ਕੁਛ ਖਾਣ ਦਾ ਜੀ ਕਰਦਾ। ਤੁਹਾਨੂੰ ਪਤਾ ਮੈਂ ਹਜੇ ਆਟਾ ਵੀ ਨਹੀਂ ਗੁੰਨਿਆ, ਹਜੇ ਮੈਂ ਰੋਟੀ ਵੀ ਨਹੀਂ ਬਣਾਈ, ਤੇ ਮੈਂ ਅੱਜ ਗਰੋਸਰੀ ਨਿੰਬੂ ਦਾ ਚਾਹ। ਮੈਂ ਆਖਿਆ ਕੁਛ ਖਾਈਏ, ਕੁਛ ਖਾਈਏ। ਹਾਂ ਤੈਨੂੰ ਭੁੱਖ ਨਹੀਂ ਲੱਗੀ? ਥੋੜੀ ਨਾਲ ਬਸ। ਮੈਂ ਕੋਈ ਸੋਚਦੀ ਸੀਗੀ ਕਿਉਂਕਿ ਅੰਬ ਦੇ ਚਾਹ ਰੋਟੀਆਂ ਲਾਉਣੀਆਂ। ਅੰਬ ਦਾ ਚਾਹ ਤਾਂ ਮੈਂ ਖਾਂਦੀ ਨਹੀਂ, ਇਹ ਤਾਂ ਨਿੰਬੂ ਆ। ਨਹੀਂ ਮੈਂ ਬਣਾਉਂਗੀ ਮਸ਼ਰੂਮ। ਯਾਰ ਮੈਨੂੰ ਕਾਹਦਾ ਚਾਹ ਚੜਿਆ, ਮੈਂ ਆਖਿਆ ਲੋਕੀ ਖਾਂਦੇ ਹੁੰਦੇ ਮੈਂ ਵੀ ਖਾ ਕੇ। ਕੀ ਖਾਣਾ ਦੱਸ, ਕੀ ਖਾਣਾ? ਮੈਂ ਕੁਛ ਬਣਾਉਣ ਬਾਰੇ ਸੋਚ ਰਹੀ ਹਾਂ। ਓ ਸ਼ਿਟ ਮੈਂ ਸੋਚਿਆ ਸੀ ਮੈਂ ਮੈਗੀ ਲਿਆਉਂਗੀ, ਬਹੁਤ ਟਾਈਮ ਹੋ ਗਿਆ। ਹੈ ਹੈਗੀ ਆ ਖਾਣੀ ਤਾਂ ਨਹੀਂ, ਵੈਸੇ ਗੱਲ ਕਰਦੀ ਹਾਂ, ਬਹੁਤ ਟਾਈਮ ਹੋ ਗਿਆ। ਕੱਲ ਮੇਰਾ ਬਹੁਤ ਜੀ ਕਰਦਾ ਸੀ ਮੈਗੀ ਖਾਣ ਨੂੰ, ਮੈਨੂੰ ਪਤਾ ਹੀ ਨਹੀਂ ਸੀਗਾ ਤੇਰੇ ਕੋਲ ਹੈਗੀ ਆ। ਕੋਈ ਆ ਉੱਥੇ ਸਬਜ਼ੀ ਮੰਡੀ 'ਚ ਮੈਨੂੰ ਦਿਖੀ ਨਹੀਂ ਕਿਤੇ, ਨਹੀਂ ਤਾਂ ਮੈਂ ਲੈ ਆਉਂਦੀ। ਯਾਰ ਉੱਥੇ ਕੋਈ ਸਬਜ਼ੀ ਨਹੀਂ ਸੀ ਹੈਗੀ ਚੱਜ ਦੀ, ਕੱਦੂ ਪਏ ਸੀ। ਮੈਂ ਕਿਹਾ ਇਹ ਬਣਨੇ ਨਹੀਂ। ਕੱਦੂ ਬੈਂਗਣ ਇਹ ਤਾਂ ਮੈਨੂੰ ਵਿਆਹ ਵਰਗੇ ਲੱਗਦੇ ਆ ਨਾ, ਇਹੀ ਪਏ ਹੁੰਦੇ ਆ ਉੱਥੇ, ਜਾਂ ਵੱਡੇ ਜਿਹੇ ਲੰਮੇ ਜਿਹੇ ਕੱਦੂ ਮਾਰ ਕੇ। ਹਾਂ ਕੀ ਲੌਕੀ ਕੱਦੂ ਦੀ ਭੈਣ। ਮੈਂ ਹੁਣੇ ਬਾਹਰ ਵੀਡੀਓ ਰਿਕਾਰਡ ਕਰਨ ਗਈ ਸੀ, ਬਾਹਰ ਹਨੇਰਾ ਵੀ ਹੋਇਆ ਪਿਆ, ਫਿਰ ਮੈਂ ਆ ਗਈ। 5 ਵਜੇ ਹੋ ਜਾਂਦਾ ਨਾ। ਖਾਈਏ ਕੀ ਖਾਈਏ? ਯਾਰ ਗੋਲ ਗੱਪੇ ਬਹੁਤ ਸਿਰਾ ਲੱਗ ਗਿਆ। ਇੰਡੀਆ ਵਰਗਾ ਟੇਸਟ ਆਇਆ ਮੈਨੂੰ ਥੋੜਾ ਵਧੀਆ ਸੀ। ਆਏਂਗੇ ਆਪਾਂ ਕਿਸੇ ਟਾਈਮ ਹਨਾ, ਆਪਾਂ ਗੋਲ ਗੱਪੇ ਕਿਤੋਂ ਹੋਰ ਲੈ। ਹਾਂ ਇਹਨਾਂ ਤੋਂ ਪਾਣੀ ਲੈ ਕੇ ਆਵਾਂਗੇ। ਪਾਣੀ ਲਿਆਵਾਂਗੇ। ਯੈਸ ਰਾਈਟ। ਮੈਂ ਕਿਹਾ ਦਾੜੀ ਤੇ ਲਾਈ ਜਾਂਦੀ।
ਇੱਥੇ ਖੁਸ਼ ਮੈਂ ਤਾਂ ਆਪ ਬਹੁਤ ਦੁਖੀ ਹਾਂ, ਮੈਂ ਤਾਂ ਘਰੇ ਚੱਲੀ ਹਾਂ। ਬਹੁਤ ਤੇਲ ਚੋਂਦੇ ਆਪਾਂ ਨੂੰ ਉੱਥੇ। ਤੇਲ ਚੋਣੀਆਂ ਉਹ ਮੈਂ ਤਾਂ ਕਹਿੰਨੀ ਆ ਫਵਾਰੇ ਲਾ ਦੇਣਗੇ ਤੇਲ ਤੇ। ਆ ਗਈਆਂ 12 ਫਿਰ ਕੇ। ਇਹੀ ਸੋਚ ਕੇ ਕਿ ਯਾਰ ਕੱਲ ਸੱਚੀ ਮੈਂ ਘਰੇ ਕਿਵੇਂ ਰਹੂੰਗੀ। ਤੂੰ ਕਿੰਨੇ ਬੋਰਿੰਗ ਆ ਨਾ, ਛੁੱਟੀ ਵਾਲੇ ਦਿਨ ਵੀ ਤੂੰ ਪੈਟਦੀ ਨਹੀਂ ਮੈਨੂੰ ਨਾ ਮੈਨੂੰ ਛੁੱਟੀ ਕਦੋਂ ਆਵੇ। ਯਾਰ ਹਾਏ ਹਾਏ। ਹੁੰਦਾ ਕਿ ਕੰਮ ਅਗਰ 5 ਦਿਨ ਹੋਵੇ ਹਨਾ ਤਾਂ ਠੀਕ ਹੈ, ਫੇਰ ਵੀ ਕੁਝ ਬਣਦਾ ਵੀ ਹੋਵੇ। ਹਾਂ ਮੈਂ ਸਮਝ ਸਕਦੀ ਹਾਂ, ਸਿਆਣੀਆਂ ਗੱਲਾਂ ਨਾ ਕਰਿਆ ਕਰ ਮੇਰੇ ਨਾਲ।